ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੁਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫੇਰ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਇਨਸਾਈਟਸ ਵਿਦ ਵਿਸ਼ਾਲ ਸੂਦ ਦੇ ਵਿੱਚ। ਸੋ ਹਰ ਵਾਰ ਦੀ ਤਰ੍ਹਾਂ ਸ਼ੁਰੂਆਤ ਕਰਾਂਗੇ ਪੰਜਾਬ ਦੀਆਂ ਮੁੱਖ ਖਬਰਾਂ ਤੋਂ। ਸਾਡੇ ਨਾਲ ਮੌਜੂਦ ਨੇ ਫਾਊਂਡਰ ਐਂਡ CEO ਆਫ ਪੰਜਾਬ ਟੁਡੇ ਚੈਨਲ ਵਿਸ਼ਾਲ ਸੂਦ ਸਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਗੁਰਲੀਨ ਸਰ, ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ 3 12ਵੀਂ ਕਲਾਸ ਦੀ ਪੁਸਤਕਾਂ ਤੇ ਬੈਨ ਲਾਇਆ। ਉਹਨਾਂ ਦਾ ਮੰਨਣਾ ਹੈ ਕਿ ਡਿਸਇਨਫੋਰਮੇਸ਼ਨ ਹੈ ਬੁੱਕਸ ਦੇ ਵਿੱਚ ਤੇ ਸਿੱਖ ਨੂੰ ਪੂਅਰ ਲਾਈਟ ਦੇ ਵਿੱਚ ਪੋਰਟਰੇ ਕੀਤਾ ਗਿਆ। ਦੇਖੋ, ਉਹਨਾਂ ਨੇ ਕਿਹਾ ਕਿ ਡਿਸਟੋਰਸ਼ਨ ਹੈ ਹਿਸਟਰੀ 'ਚ। ਹੁਣ ਕਈ ਵਾਰੀ ਅੱਜ ਕੱਲ੍ਹ ਨਾ ਬੜੀ ਡਿਸਕਸ਼ਨ ਹੁੰਦੀ ਟੀਵੀਜ਼ 'ਤੇ ਕਿ ਹਿਸਟਰੀ ਬੁੱਕਸ ਕਿਉਂ ਚੇਂਜ ਕੀਤੀਆਂ ਜਾ ਰਹੀਆਂ ਨੇ, ਅਤੇ ਲੋਕ ਕੁਐਸਚਨ ਕਰਦੇ ਨੇ ਕਿ ਕੀ ਜਿਹੜੀਆਂ ਸਾਡੀਆਂ ਬੁੱਕਸ ਹੈ ਉਹਨਾਂ ਦੀ ਪੋਲੀਟੀਸਾਈਜੇਸ਼ਨ ਹੋ ਰਹੀ ਹੈ। ਮੇਰਾ ਆਨਸਰ ਇਹਦੇ ਲਈ ਹੈਗਾ ਨਹੀਂ। ਸਾਨੂੰ ਆਪਣੀ ਹਿਸਟਰੀ ਨੂੰ ਚੰਗੀ ਤਰ੍ਹਾਂ ਪੜ੍ਹਨਾ ਬਹੁਤ ਜ਼ਰੂਰੀ ਹੈ। ਇਹੋ ਜਿਹੀਆਂ ਡਿਸਟੋਰਸ਼ਨਸ ਜੇ ਹੈਗੀਆਂ ਨੇ, ਗੌਰਮੈਂਟ ਦਾ ਡਿਸੀਜਨ ਬਿਲਕੁਲ ਠੀਕ ਹੈ, ਉਹਨੂੰ ਇਵੈਲੂਏਟ ਕਰੋ। ਜੇ ਡਿਸਟੋਰਸ਼ਨਸ ਹੈਗੀਆਂ ਉਹਨੂੰ ਚੇਂਜ ਕਰੋ, ਕਿਉਂਕਿ ਸਾਡੀ ਜਿਹੜਾ ਹਜੇ ਤੱਕ ਦਾ ਇਤਿਹਾਸ ਹੈ, ਹਿੰਦੁਸਤਾਨ ਜੋ ਵੀ ਇਤਿਹਾਸ ਪੜ੍ਹਾਇਆ ਜਾਂਦਾ ਹੈ, ਉਹ ਸਾਰੇ ਵੈਸਟਰਨ ਹਿਸਟੋਰੀਅਨਸ ਦਾ ਨਰੇਟਿਵ ਹੈ। ਉਹ ਜੋ ਦੱਸਣਾ ਚਾਹੁੰਦੇ ਸੀ ਅਸੀਂ ਉਹ ਪੜ੍ਹਿਆ। ਉਹਦੇ ਵਿੱਚ ਪੂਰੀ ਰਿਸਰਚ ਕਰਨ ਦੀ ਲੋੜ ਹੈ। ਉਹਦਾ ਜਿਹੜਾ ਟਰੂਥ ਹੈ ਉਹਦੇ ਉੱਤੇ ਆਉਣ ਦੀ ਲੋੜ ਹੈ। ਅਤੇ ਜੇ ਕੋਈ ਵੀ ਬੁੱਕ ਜਿਹੜੀ ਸਾਡੀ ਲੈਗੇਸੀ ਆ, ਸਾਡੀ ਹਿਸਟਰੀ ਆ, ਜਿਹੜਾ ਸਾਡਾ ਸਿੱਖ ਸਮੁਦਾਇ ਹੈ, ਜੇ ਉਹਨੂੰ ਚੰਗੀ ਲਾਈਟ 'ਚ ਨਹੀਂ ਰੱਖਦਾ, ਉਹਦੇ ਉੱਤੇ ਵਿਚਾਰਨ ਦੀ ਲੋੜ ਹੈ, ਉਹਨੂੰ ਚੇਂਜ ਕਰਨ ਦੀ ਲੋੜ ਹੈ। ਅਤੇ ਇਹ ਸਿਰਫ ਮੈਂ ਪੰਜਾਬ ਦੀ ਬੁੱਕਸ ਨਹੀਂ, ਓਵਰਆਲ ਹਿਸਟਰੀ ਟੀਵੀ ਦੇ ਉੱਤੇ ਜਿਹੜੇ ਇੱਕ ਲੈਫਟਿਸਟ ਜਾਂ ਲਿਬਰਲ ਮਾਈਂਡਸੈਟ ਦੇ ਲੋਕੀ ਨੇ ਕੋਈ ਵੀ ਹਿਸਟਰੀ ਚੇਂਜ ਤੇ ਉਹ ਬੜਾ ਆਬਜੈਕਟ ਕਰਦੇ ਨੇ। ਬਟ ਜੇ ਤੁਸੀਂ ਕਿਸੇ ਵੀ ਚੇਂਜ ਨੂੰ ਓਪਨ ਨਹੀਂ ਹੋ ਤਾਂ ਫਿਰ ਤੁਸੀਂ ਲਿਬਰਲ ਕਿਵੇਂ ਹੋ? ਇਟ ਸ਼ੁੱਡ ਬੀ ਰੀਸਕਰੂਟਨਾਈਜ਼ਡ ਕਿ ਬਈ ਜਿਹੜੀ ਹਿਸਟਰੀ ਲਿਖੀ ਗਈ ਆ ਉਹ ਅੰਗਰੇਜ਼ਾਂ ਦੀ ਦੱਸੀ ਹੋਈ ਹਿਸਟਰੀ ਆ, ਉਹਨਾਂ ਦਾ ਦੱਸਿਆ ਹੋਇਆ ਨੈਰੇਟਿਵ ਹੈ। ਉਹਦੇ ਵਿੱਚ ਜਾਣ ਬੁੱਝ ਕੇ ਡਿਸਟੋਰਸ਼ਨ ਲਾਈਆਂ ਗਈਆਂ ਤਾਂ ਕਿ ਜਿਹੜਾ ਸਾਡਾ ਹਿੰਦੁਸਤਾਨੀ ਮਾਈਂਡਸੈਟ ਹੈ ਉਹ ਆਪਣੇ ਆਪ ਵਿੱਚ ਕੌਨਫੀਡੈਂਟ ਨਾ ਫੀਲ ਕਰ ਪਾਵੇ। ਉਹਨੂੰ ਹਮੇਸ਼ਾ ਇਹ ਲੱਗੇ ਕਿ ਅਸੀਂ ਗੁਲਾਮ ਹੀ ਰਹੇ ਹਾਂ ਅਤੇ ਸਾਡਾ ਉਹ ਹੀ ਮਾਈਂਡਸੈਟ ਹੈ, ਰਾਈਟ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਹਿਸਟਰੀ ਦੀ ਬੁੱਕਸ ਨੂੰ ਰੀਰਾਈਟ ਕੀਤਾ ਜਾਵੇ। ਸਾਡੀਆਂ ਅਗਲੀਆਂ ਜਨਰੇਸ਼ਨਸ ਜਦੋਂ ਆਪਣੀ ਟਰੂ ਹਿਸਟਰੀ ਨੂੰ ਸਮਝਣਗੀਆਂ, ਹਜੇ ਸਾਡੀ ਹਿਸਟਰੀ ਨੂੰ ਵਹਿਮ ਪਖੰਡ ਇਸ ਤਰ੍ਹਾਂ ਦੱਸਿਆ ਜਾਂਦਾ ਹੈ, ਜਦਕਿ ਸਾਡੀ ਹਿਸਟਰੀ ਇਹ ਨਹੀਂ ਸੀ। ਸਾਡੀ ਹਿਸਟਰੀ ਇੱਕ ਸਾਇੰਟੀਫਿਕ ਥਿੰਕਿੰਗ ਵਾਲੀ ਸੀ। ਅਤੇ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਹਿਸਟਰੀ ਨੂੰ ਡੀਪਲੀ ਪਹਿਚਾਨੀਏ। ਸਾਡੀ ਹਿਸਟਰੀ ਕੋਈ 400 500 1000 ਸਾਲ ਦੀ ਨਹੀਂ ਹੈ, ਸਾਡੀ ਹਿਸਟਰੀ ਕਈ ਹਜ਼ਾਰ ਸਾਲਾਂ ਦੀ ਹੈ। ਵੀ ਆਰ ਐਨ ਓਲਡ ਸਿਵਲਾਈਜੇਸ਼ਨ। ਅਤੇ ਉਸ ਹਿਸਟਰੀ ਨੂੰ ਦੁਬਾਰਾ ਰਿਵਾਈਵ ਕਰਨ ਦੀ ਲੋੜ ਹੈ। ਉਹਦੇ ਨਾਲ ਕੀ ਹੋਏਗਾ? ਸਾਡੀਆਂ ਜਨਰੇਸ਼ਨਸ ਦੇ ਵਿੱਚ ਕੌਨਫੀਡੈਂਸ ਆਏਗਾ। ਦੇ ਵਿਲ ਬਿਲੀਵ ਇਨ ਦੇਅਰ ਓਨ ਇਨੋਵੇਟਿਵਨੈਸ। ਜਿਹੜਾ ਅੱਜ ਕਿਹਾ ਜਾਂਦਾ ਕਿ ਹਿੰਦੁਸਤਾਨ 'ਚ ਲੋਕਾਂ ਦਾ ਮਾਈਂਡਸੈਟ ਦੱਬ ਕੇ ਰਹਿਣ ਵਾਲਾ ਹੈ। ਕੁਛ ਹਜ਼ਾਰ ਸਾਲਾਂ ਦੀ ਸਬਜੂਗੇਸ਼ਨ ਆਪਣੇ ਆਪ ਤੁਹਾਨੂੰ ਦੱਬ ਕੇ ਮਾਈਂਡਸੈਟ ਵਾਲਾ ਬਣਾ ਦਿੰਦੀ ਹੈ। ਅਤੇ ਜੋ ਤੁਸੀਂ ਆਪਣੀ ਪੁਰਾਣੀ ਹਿਸਟਰੀ ਨੂੰ ਪੜ੍ਹੋਗੇ, ਜਦੋਂ ਆਪਣੀ ਪ੍ਰਾਊਡ ਇਨਹੈਰੀਟੈਂਸ ਨੂੰ ਪੜ੍ਹੋਗੇ, ਅਤੇ ਆਪਣੇ ਆਪ ਤੁਸੀਂ ਜਿਹੜੀਆਂ ਸਾਡੀਆਂ ਨਵੀਆਂ ਜਨਰੇਸ਼ਨਸ ਆਉਣਗੀਆਂ ਉਹ ਰਿਸਕ ਟੇਕਿੰਗ ਵੀ ਹੋਣਗੀਆਂ, ਉਹ ਬਰੇਵ ਵੀ ਹੋਣਗੀਆਂ, ਅਤੇ ਉਹ ਸਾਨੂੰ ਅੱਗੇ ਲੈ ਕੇ ਜਾਣ 'ਚ ਜ਼ਿਆਦਾ ਸક્ષਮ ਹੋਣਗੀਆਂ। ਸਰ, ਵਿਧਾਇਕ ਮੀਟਿੰਗ ਦੇ ਵਿੱਚ 1 MLA 1 ਪੈਨਸ਼ਨ ਨੂੰ ਲੈ ਕੇ ਤੇ ਇਨਕਮ ਟੈਕਸ ਦੇ ਅਹਿਮ ਮੁੱਦਿਆਂ 'ਤੇ ਫੈਸਲੇ ਲਿੱਤੇ ਜਾਣਗੇ। ਦੇਖੋ, ਵੀ ਐਪਰੀਸ਼ੀਏਟ ਕਿ ਤੁਸੀਂ ਹਰ MLA ਨੂੰ ਇੱਕੋ ਹੀ ਪੈਨਸ਼ਨ ਦਿਓ, ਰਾਈਟ। ਅਤੇ ਮਲਟੀਪਲ ਟਰਮਸ 'ਤੇ ਮਲਟੀਪਲ ਪੈਨਸ਼ਨ ਨਾ ਵਧਣ, ਜਿਹੜੀ 25000 ਦਾ ਹਰ ਟਰਮ 'ਤੇ ਇੰਕਰੀਮੈਂਟ ਆਉਂਦਾ ਸੀ ਨਾ ਹੋਵੇ, ਅਤੇ ਪਲੱਸ ਉਹਨਾਂ ਦਾ ਜਿਹੜਾ ਟੈਕਸ ਸੀ ਉਹ ਵੀ ਗਵਰਨਮੈਂਟ ਭਰਦੀ ਪਈ ਸੀ। ਅਤੇ ਕਾਫੀ ਜ਼ਿਆਦਾ ਮਿਸਯੂਜ਼ ਸੀ। ਪਬਲਿਕ ਐਕਸਚੈਕਰ ਦਾ ਬਹੁਤ ਜ਼ਿਆਦਾ ਮਿਸਯੂਜ਼ ਕਰਦੇ ਪਏ ਸੀ ਸਾਡੇ ਜਿਹੜੇ ਲਾਅ ਮੇਕਰ ਸਨ। ਉਹਦਾ ਬਹੁਤ ਐਡਵਾਂਟੇਜ ਚੁੱਕਦੇ ਪਏ, ਕਿਉਂਕਿ ਉਹਨਾਂ ਦੇ ਹੱਥ 'ਚ ਲਾਅ ਮੇਕਿੰਗ 'ਤੇ ਜੋ ਮਰਜ਼ੀ ਲਾਅ ਬਣਾਈ ਜਾ ਰਹੇ ਸੀ। ਪਰ ਮੈਂ ਇੱਕ ਗੱਲ ਹੋਰ ਦੱਸਦਾ, ਇਹਦੇ ਨਾਲ ਕੋਈ ਲੰਬਾ ਚੌੜਾ ਫਰਕ ਨਹੀਂ ਪੈਣਾ। ਸਾਡੀ ਪ੍ਰੋਬਲਮ ਇਹ ਨਹੀਂ ਹੈ ਕਿ ਆਪਾਂ ਪੈਨਸ਼ਨ ਐਕਸਟਰਾ ਦੇ ਰਹੇ ਹਾਂ ਕੁਛ MLAs ਨੂੰ। ਸਾਡੀ ਪ੍ਰੋਬਲਮ ਹੈਗੀ ਇਨਵੈਸਟਮੈਂਟ, ਰੈਵਨਿਊ ਜਨਰੇਸ਼ਨ, ਕਰਪਸ਼ਨ, ਮਾਫੀਆ, ਰਾਈਟ, ਲਿਕਰ ਮਾਫੀਆ, ਰੇਤ ਮਾਫੀਆ। ਇਹ ਸਾਡੇ ਇਸ਼ੂ ਨੇ। ਇਹਨੂੰ ਸੁਣ ਕੇ ਸਾਰੇ ਲੋਕਾਂ ਨੂੰ ਬੜਾ ਮਜ਼ਾ ਆਉਂਦਾ। ਦੇਖਿਆ ਆਪਾਂ ਆਪਾਂ ਜਿਹੜਾ ਆਮ ਬੰਦਾ ਉਹ ਪੀੜਿਤ ਫੀਲ ਕਰਦਾ। ਉਹ ਜਦੋਂ ਜਿਹੜੀ ਉੱਚੀ ਕਲਾਸ ਦੇ ਉੱਤੇ ਕੋਈ ਵੀ ਸਖਤੀ ਹੁੰਦੀ ਹੈ ਨਾ, ਉਹਦਾ ਮਨ ਬੜਾ ਖੁਸ਼ ਹੁੰਦਾ ਕਿ ਵੇਖਿਆ MLA ਨੂੰ ਅਕਲ ਆਈ। ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਉਹਨਾਂ ਦੀ ਇਨਕਮ ਹੋਰ ਸੋਰਸਿਸ ਤੋਂ ਨੇ। ਸਾਨੂੰ ਕਰਪਸ਼ਨ ਦੂਰ ਕਰਨੀ ਹੈ, ਸਾਨੂੰ ਇੱਥੇ ਇਨਵੈਸਟਮੈਂਟ ਲਿਆਉਣੀ ਆ। ਮੈਂ ਕਹਿੰਦਾ ਤੁਸੀਂ MLA ਦੀ ਸੈਲਰੀ 5 ਲੱਖ ਰੁਪਏ ਮਹੀਨੇ ਦੀ ਕਰ ਦਿਓ, ਮੈਨੂੰ ਕੋਈ ਪ੍ਰੋਬਲਮ ਨਹੀਂ। 5 ਲੱਖ ਰੁਪਏ ਪੈਨਸ਼ਨ ਵੀ ਕਰ ਦਿਓ, ਪਰ ਬੈਸਟ ਬੰਦੇ ਲਿਆਓ ਤਾਂ ਉਹ ਬੈਸਟ ਕੰਮ ਕਰਨ ਸਾਡੀ ਸਟੇਟ ਲਈ। ਸਾਡੀ ਸਟੇਟ ਨੂੰ ਤਾਂ ਫਾਇਦਾ ਹੈ ਜਦੋਂ MLA ਕੰਮ ਕਰਦਾ ਪਿਆ। ਗਿਵ ਹਿਮ ਵਟ ਐਵਰ ਮਨੀ ਜੋ ਤੁਸੀਂ ਟੌਪ CEO ਨੂੰ ਦੋਗੇ, ਕਿਉਂਕਿ MLA ਦੇ ਹੱਥ 'ਚ ਬੜੀ ਪਾਵਰ ਹੁੰਦੀ ਆ ਅਤੇ ਬੜੇ ਇੰਪੋਰਟੈਂਟ ਡਿਸੀਜ਼ਨ ਲੈਣੇ ਹੁੰਦੇ ਆ। ਆਪੀ ਬੈਸਟ ਟੈਲੈਂਟ ਉੱਥੇ ਆਉਣਾ ਸ਼ੁਰੂ ਹੋਏਗਾ। ਠੀਕ ਹੈ, ਸਾਡੇ ਮਨ ਨੂੰ ਖੁਸ਼ ਕਰਨ ਲਈ ਗੌਰਮੈਂਟ ਇਹ ਕਰ ਦਿੰਦੀ ਜੀ ਵੇਖੋ ਜੀ MLA ਦੀ ਇੱਕ ਪੈਨਸ਼ਨ ਕਰਨੀ ਵੀ ਚਾਹੀਦੀ ਹੈ। ਬਟ ਦ ਪੁਆਇੰਟ ਇਜ਼ ਇਟ ਇਜ਼ ਨੋਟ ਦੈਟ ਬਿਗ ਐਨ ਇਸ਼ੂ। ਅਤੇ ਬਹੁਤ ਲੰਬਾ ਚੌੜਾ ਫਰਕ ਪਾਉਣ ਵਾਲੀ ਗੱਲ ਨਹੀਂ ਹੈ। ਮੈਂ ਪਬਲਿਕ ਨੂੰ ਇਹ ਕਹੂੰਗਾ, ਡਿਮਾਂਡ ਫॉर ਬਿਗਰ ਥਿੰਗਸ। ਇਹ ਬੜੀ ਛੋਟੀ ਜਿਹੀ ਡਿਮਾਂਡ ਹੈ। ਇੱਕ ਚੈੱਕਲਿਸਟ 'ਤੇ ਹੋਗੀ ਕਿ ਵੇਖੋ ਜੀ ਪੈਨਸ਼ਨ ਇੱਕ ਕਰਤੀ, ਪਰ ਇਹ ਕੋਈ ਵੱਡੀ ਚੀਜ਼ ਹੈ ਹੀ ਨਹੀਂ। ਵੀ ਸ਼ੁੱਡ ਆਸਕ ਕਿ ਬਈ ਇਨਵੈਸਟਮੈਂਟ ਕਿੰਨੀ ਆ ਰਹੀ ਹੈ। ਆਸਟ੍ਰੇਲੀਆ ਇੰਡੀਆ ਦਾ ਜਿਹੜਾ ਪੈਕਟ ਹੋਇਆ ਉਹਦਾ ਅਸੀਂ ਕੀ ਚੁੱਕਿਆ ਫਾਇਦਾ, ਜਿਹੜਾ ਯੂਰਪੀਅਨ ਯੂਨੀਅਨ ਨਾਲ ਫੈਕਟ ਹੋਇਆ ਉਹਦਾ ਅਸੀਂ ਕੀ ਫਾਇਦਾ ਚੁੱਕਿਆ, ਉਹਦੇ ਬੇਸਿਸ 'ਤੇ ਕੀ ਇੰਡਸਟਰੀ ਆ ਰਹੀ ਹੈ, ਕੀ ਅਸੀਂ ਇੰਪੋਰਟ ਕਰ ਰਹੇ ਹਾਂ, ਕੀ ਐਕਸਪੋਰਟ ਕਰ ਰਹੇ ਹਾਂ। ਸਾਡੇ ਪੰਜਾਬੀ ਈਕੋਸਿਸਟਮ ਨੂੰ, ਬਿਜ਼ਨਸ ਈਕੋਸਿਸਟਮ ਨੂੰ ਕੀ ਐਡਵਾਂਟੇਜ ਮਿਲੇ ਆ, ਲਾਅ ਐਂਡ ਆਰਡਰ 'ਚ ਕੀ ਇੰਪਰੂਵਮੈਂਟ ਆਈ ਹੈ।
ਇਹ ਸਾਡੇ ਕੁਐਸਚਨ ਹਮੇਸ਼ਾ ਰਹਿਣਗੇ। ਕੋਈ ਹੋਰ ਚੈਨਲ ਇਹਨੂੰ ਖੁਸ਼ ਹੋ ਕੇ ਤਾਲੀਆਂ ਮਰਵਾ ਦੇਗਾ ਗਵਰਨਮੈਂਟ ਨੂੰ, ਪਰ ਆਪਾਂ ਨਹੀਂ ਮਾਰਨ ਵਾਲੇ। ਇਟ ਇਜ਼ ਨਾਟ ਦੈਟ ਬਿਗ ਅ ਡੀਲ। ਸਭ ਕੀਤੀ ਆ, ਵੀ ਆਰ ਹੈਪੀ, ਵੀ ਓਕੇ ਗੁੱਡ, ਕੰਗ੍ਰੈਚੁਲੇਸ਼ਨਸ, ਬਟ ਦੇਰ ਆਰ ਬਿਗਰ ਮੋਰ ਇੰਪੋਰਟੈਂਟ ਸਿਗਨੀਫਿਕੈਂਟ ਇਸ਼ੂਜ਼। 3 ਕਰੋੜ ਲੋਕਾਂ ਦੀ ਗਰੋਥ ਦਾ ਸਵਾਲ ਹੈ, ਲੱਖਾਂ ਕਰੋੜ ਦਾ ਲੋਨ ਚੜਿਆ ਹੋਇਆ ਹੈ। ਉਸ ਤੋਂ ਇਲਾਵਾ ਕੈਪੀਟਲ ਐਕਸਪੈਂਡੀਚਰ ਦੇ ਨਾਮ ਤੇ ਸਾਡੀ ਕੋਈ ਪਲੈਨਿੰਗ ਹੀ ਨਹੀਂ ਆ। ਇਨਫਰਾਸਟਰਕਚਰ ਅਸੀਂ ਡਿਵੈਲਪ ਨਹੀਂ ਕਰਦੇ ਪਏ। ਇੰਡਸਟਰੀ ਦੇ ਨਾਲ ਸਾਡੀ ਇੰਨੀ ਕੈਜੂਅਲ ਇੰਗੇਜਮੈਂਟ ਹੈ। ਅੱਜ ਜਿਹੜਾ ਬੰਦਾ ਫੋਰਨ ਕਿਸੇ ਸਟੇਟ ਤੋਂ, ਕਿਸੇ ਦੂਜੀ ਸਟੇਟ ਤੋਂ ਜਾਂ ਕਿਸੇ ਫੋਰਨ ਕੰਟਰੀ 'ਚੋਂ ਜੇ ਇੰਡੀਆ 'ਚ ਇਨਵੈਸਟ ਕਰਨਾ ਚਾਹੁੰਦਾ ਹੈ, ਉਹ ਸਰਟਨ ਪੈਰਾਮੀਟਰਸ 'ਤੇ ਇਵੈਲੂਏਟ ਕਰੇਗਾ ਸਾਰੇ ਡੈਸਟੀਨੇਸ਼ਨ। ਮੈਨੂੰ ਦੱਸੋ ਕਿ ਪੰਜਾਬ ਉਸ ਲਿਸਟ 'ਚ ਕਿੱਥੇ ਆਏਗਾ? ਉਹ ਕੀ ਚੈੱਕ ਕਰੇਗਾ? ਆਲਰੇਡੀ ਉੱਥੇ ਗਵਰਨਮੈਂਟ ਦੀ ਉੱਥੇ ਆਲਰੇਡੀ ਕਿੰਨਾ ਬਿਜ਼ਨਸ ਹੁੰਦਾ ਪਿਆ, ਰਾਈਟ? ਉੱਥੇ ਇਨਫਰਾਸਟਰਕਚਰ ਕਿਹੋ ਜਿਹਾ ਹੈ, ਉੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਹੋ ਜਿਹੀ ਹੈ। ਤੁਸੀਂ ਪਿਛਲੇ ਕੁਝ ਟਾਈਮ ਤੋਂ ਵੇਖ ਲਓ ਅਸੀਂ ਕਿਹੜੀਆਂ ਚੀਜ਼ਾਂ 'ਚ ਇਨਵੋਲਵ ਰਹੇ ਹਾਂ। ਤੁਸੀਂ ਉਸ ਪ੍ਰਾਇਓਰਟੀ ਲਿਸਟ ਇੰਨਾ ਥੱਲੇ ਆਉਂਦੇ ਹੋ, ਫਿਰ ਰਹਿ ਕੀ ਜਾਏਗਾ? ਕੁਝ ਮਾਲ ਬਣਾ ਦਿਓ, ਰਾਈਟ? ਕੁਛ ਤੁਸੀਂ ਇੱਥੇ ਪ੍ਰੋਪਰਟੀ ਦੇ ਪੈਸੇ 'ਚ ਇੱਧਰ ਉੱਧਰ ਕਰ ਲਓ, ਇਸ ਤੋਂ ਇਲਾਵਾ ਕੋਈ ਕੰਮ ਹੀ ਨਹੀਂ ਰਹਿ ਜਾਣਗੇ। ਇਹਦੇ ਨਾਲ ਕੋਈ ਸਸਟੇਨੇਬਲ ਗਰੋਥ, ਜ਼ਮੀਨਾਂ ਕਿੰਨੀ ਦੇਰ ਵੇਚੀ ਜਾਓਗੇ ਤੁਸੀਂ? ਖੇਤੀ ਸਾਡੀ ਇੰਨੀ ਟੌਕਸਿਕ ਹੋ ਗਈ ਆ, ਆਪਾਂ ਪਾਣੀ ਇੰਨਾ ਥੱਲੇ ਚਲਾ ਗਿਆ, ਉਹਦੇ 'ਚ ਵੀ ਸਸਟੇਨੇਬਿਲਿਟੀ ਨਹੀਂ ਰਹਿ ਗਈ। ਉਹਨੂੰ ਵੀ ਤਾਂ ਚੇਂਜ ਕਰਨ ਦੀ ਤਾਂ ਲੋੜ ਪਏਗੀ ਨਾ ਕਦੀ। ਉਹਦੇ 'ਤੇ ਪ੍ਰੋਸੈਸਿੰਗ ਕੁਛ ਨਹੀਂ ਹੁੰਦੀ, ਉਹ ਸਾਰਾ ਕੁਛ ਕਿਤੇ ਹੋਰ ਹੁੰਦਾ ਹੈ। ਕੱਲ੍ਹ ਨੂੰ ਜਦੋਂ ਸਾਡੀ ਜਿਹੜਾ ਸਾਡੀ ਪੈਦਾਵਾਰ ਹੈ ਜਦੋਂ ਟੌਕਸਿਕ ਹੋ ਜਾਏਗੀ, ਤੇ ਆਪੇ ਲੋਕੀ ਕਹਿਣਗੇ ਜੀ ਅਸੀਂ ਕਿਸੇ ਹੋਰ ਥਾਂ ਦੀ ਖਾਣੀ ਆ, ਅਸੀਂ ਆਪਣੇ ਬੱਚਿਆਂ ਨੂੰ ਇਹ ਨਹੀਂ ਖਵਾ ਸਕਦੇ। ਇਹ ਸਾਰੇ ਸੀਰੀਅਸ ਮੁੱਦੇ ਨੇ। ਮੈਂ ਹੈਰਾਨ ਹੁੰਦਾ ਕਿ ਬਈ ਇੱਕ ਮੀਟਿੰਗ ਇਸ ਚੀਜ਼ ਲਈ ਕਰਨ ਦੀ ਲੋੜ ਨਹੀਂ ਸੀ, ਇਹ 1 ਮਿੰਟ 'ਚ ਕਰਨ ਦੀ ਲੋੜ ਹੈ। ਇੰਪੋਰਟੈਂਟ ਚੀਜ਼ ਹੈ ਕਿ ਟਾਰਗੇਟ ਰੱਖੋ ਅਗਲੇ 6 ਮਹੀਨੇ 'ਚ ਇੱਥੇ 50,000 ਕਰੋੜ ਦੀ ਇਨਵੈਸਟਮੈਂਟ ਕਿਵੇਂ ਆ ਜਾਏ। ਉਹ ਇਨਵੈਸਟਮੈਂਟ ਕਿਹੜੇ ਸੈਕਟਰ 'ਚ ਹੋਵੇ ਜਿਹਦੇ 'ਚ ਜ਼ਿਆਦਾ ਇੰਪਲੋਇਮੈਂਟ ਆ ਪਾਏ। ਪ੍ਰੋਡਕਸ਼ਨ ਲਈ ਇਨਸੈਂਟਿਵ ਸਕੀਮ ਹੈ। ਤੁਸੀਂ ਹਜੇ ਤੱਕ ਕਿਸੇ ਮੋਬਾਈਲ ਮੈਨੂਫੈਕਚਰਿੰਗ ਕੰਪਨੀ, ਲੈਪਟਾਪ ਮੈਨੂਫੈਕਚਰਿੰਗ ਕੰਪਨੀ ਜਾਂ ਟੀਵੀ ਮੈਨੂਫੈਕਚਰਿੰਗ ਕੰਪਨੀ ਦਾ ਇੱਥੇ ਪਲਾਂਟ ਕਿਉਂ ਨਹੀਂ ਲਵਾਇਆ? ਦੈਟ ਸ਼ੁੱਡ ਬੀ ਲੁਕਡ ਇਨਟੂ, ਰਾਈਟ? ਉਸ ਤੋਂ ਇਲਾਵਾ ਪ੍ਰੋਸੈਸਿੰਗ ਪਲਾਂਟਸ, ਪੈਪਸੀ ਨੂੰ ਕੋ ਹੋਰ ਇਨਵੈਸਟਮੈਂਟ ਕਰੇ, ਨੈਸਲੇ ਨੂੰ ਕਰੋ ਹੋਰ। ਨੈਸਲੇ ਨੇ ਆਪਣਾ ਦੂਜਾ ਪਲਾਂਟ ਹਰਿਆਣਾ 'ਚ ਖੋਲ੍ਹਿਆ, ਸਮਲਖਾ 'ਚ। ਨੈਸਲੇ ਆਪਣੇ ਪਲਾਂਟ ਨੂੰ ਕਿਵੇਂ ਐਕਸਪੈਂਡ ਕਰੇਗੀ, ਇੱਥੇ ਕਿਵੇਂ ਬਿਜ਼ਨਸ ਵਧਾਏਗੀ? ਜਾਂ ਹੋਰ ਮੈਂ ਇੱਕ ਐਗਜ਼ਾਮਪਲ ਲੈ ਰਿਹਾ, ਇਸ ਤਰ੍ਹਾਂ ਬੜੀਆਂ ਵੱਡੀਆਂ ਕੰਪਨੀਆਂ ਨੂੰ ਜਿਹੜੀਆਂ ਅੱਜ ਤੋਂ 25-30 ਸਾਲ ਪਹਿਲਾਂ ਨਹੀਂ ਇੱਥੇ ਆ ਗਈਆਂ, ਪਰ ਨਵੀਆਂ ਕੰਪਨੀਆਂ ਨਹੀਂ ਆ ਰਹੀਆਂ। ਇੱਥੋਂ ਦੇ ਜਿਹੜੇ ਵੱਡੇ ਐਂਟਰਪ੍ਰੀਨਰ ਨੇ, ਉਹ ਅਗਲੇ ਪਲਾਂਟ ਨੋਇਡਾ 'ਚ ਲਾ ਰਹੇ ਨੇ, ਗੁਜਰਾਤ 'ਚ ਲਾ ਰਹੇ ਨੇ। ਮੈਂ ਜੇ ਮੁੰਜਾਲ ਫੈਮਿਲੀ ਦੀ ਗੱਲ ਕਰ ਲਾਂ, ਹੋਰ ਕਾਫੀ ਵੱਡੇ ਬਿਜ਼ਨਸਮੈਨ ਨੇ ਜਿਨ੍ਹਾਂ ਨੇ ਇੱਥੋਂ ਸ਼ੁਰੂ ਕੀਤਾ, ਬਟ ਨਾਓ ਦੇ ਆਰ ਨਾਟ ਵਿਲਿੰਗ ਟੂ ਇਨਵੈਸਟ ਓਵਰ ਹੇਅਰ। ਉਹਨਾਂ ਨੂੰ ਆਪਣੀ ਜਿਹੜੀ ਇਨਵੈਸਟਮੈਂਟ ਉਹ ਸਿਕਿਉਰ ਨਹੀਂ ਫੀਲ ਹੁੰਦੀ। ਸਾਡੀ ਕਲਚਰਲ ਇੱਕ ਹੈਰੀਟੇਜ ਹੈ, ਉਹਨੂੰ ਸੈੱਲ ਕਰਨ ਲਈ ਅਸੀਂ ਕੀ ਕਰਦੇ ਪਏ ਹਾਂ? ਇੱਕ ਕਲਚਰ ਯੂਨੀਵਰਸਿਟੀ ਕਿਉਂ ਨਹੀਂ ਸ਼ੁਰੂ ਹੁੰਦੀ? ਜਿੰਨੇ ਵੀ NRIs ਨੇ ਉਹ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਉਣ, ਹੈ ਨਾ? ਇੱਥੇ ਆ ਕੇ ਉਹਨਾਂ ਦੀ ਇਮਰਸ਼ਨ ਹੋਵੇ ਕਲਚਰ ਦੇ ਵਿੱਚ, ਉਹਨਾਂ ਨੂੰ ਕਲਚਰ ਦੇ ਉੱਤੇ ਸਰਟੀਫਿਕੇਟਸ ਮਿਲਣ, ਸਾਡਾ ਭੰਗੜਾ ਸਿੱਖਣ, ਗਿੱਧਾ ਸਿੱਖਣ। ਇਹ ਸਾਰੇ ਹੋਰ ਵੀ ਬੜੀਆਂ ਚੀਜ਼ਾਂ ਨੇ ਸਾਡੇ ਕਲਚਰਲ 'ਚ, ਕਾਫੀ ਟੈਕਨੀਕਲ ਚੀਜ਼ਾਂ ਵੀ ਨੇ, ਉਹ ਸਿੱਖਣ ਕਿ ਆਪਾਂ ਕਿਵੇਂ ਚੀਜ਼ਾਂ ਨੂੰ ਮੈਨੇਜ ਕਰਦੇ ਸੀ। ਇਹ ਸਾਰੀਆਂ ਚੀਜ਼ਾਂ 'ਤੇ ਜ਼ਿਆਦਾ ਕਰਨ ਦੀ ਲੋੜ ਹੈ। ਬਟ ਕਿ ਜੇ ਸਰਕਾਰ ਕਹਿੰਦੀ ਹੈ ਸਾਡੇ ਵੱਲੋਂ ਬਹੁਤ ਮੁਬਾਰਕਾਂ, ਤੁਸੀਂ ਬਹੁਤ ਵੱਡਾ ਕੰਮ ਕਰਤਾ ਹੈ, ਬਟ ਪਬਲਿਕ ਨੂੰ ਆਪਾਂ ਇਹੋ ਹੀ ਕਹਾਂਗੇ ਤੁਸੀਂ ਲਾਅ ਐਂਡ ਆਰਡਰ, ਹੈਲਥ, ਇਨਫਰਾਸਟਰਕਚਰ, ਗਰੋਥ, ਇਹ 'ਤੇ ਨਜ਼ਰ ਰੱਖੋ ਆਪਣੀ। ਇਹ ਸਾਰੀਆਂ ਚੀਜ਼ਾਂ ਜ਼ਿਆਦਾ ਤੁਹਾਡੀ ਲਾਈਫ 'ਚ ਬਹੁਤ ਫਰਕ ਨਹੀਂ। ਹਾਂ, ਮਨ ਨੂੰ ਖੁਸ਼ੀ ਮਿਲਦੀ ਆ ਕਿ ਬਈ ਵੇਖਿਆ ਇਹਨਾਂ ਨੂੰ ਸਬਕ ਮਿਲਿਆ, ਪਰ ਰੀਅਲ ਲਾਈਫ 'ਚ ਕੀ ਸਾਡੇ 'ਤੇ ਇੰਪੈਕਟ ਆਉਣਾ, ਇਹ ਸਾਨੂੰ ਸੋਚਣਾ ਪਏਗਾ। ਸਰ, ਜਿਵੇਂ ਤੁਸੀਂ ਫਾਈਨੈਂਸ਼ੀਅਲ ਬਰਡਨ ਤੇ ਲੋਨ ਦੀ ਗੱਲ ਕੀਤੀ, ਕਾਂਗਰਸ ਸਰਕਾਰ ਦੇ ਪ੍ਰਧਾਨ ਰਾਜਾ ਵੜਿੰਗ ਨੇ ਵੀ ਆਰੋਪ ਲਾਇਆ ਕਿ 1 ਮਹੀਨੇ ਦੇ ਵਿੱਚ 7,000 ਕਰੋੜ ਦਾ ਲੋਨ, ਜੇ ਇਹੀ ਹਾਲ ਰਿਹਾ ਤੇ 6 ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਵਿੱਤ ਐਮਰਜੈਂਸੀ ਲਾਗੂ ਹੋ ਸਕਦੀ ਹੈ। ਦੇਖੋ, ਜਦੋਂ ਕਾਂਗਰਸ ਕਿਸੇ ਤੇ ਇਲਜ਼ਾਮ ਲਾਉਂਦੀ ਨਾ, ਮੇਰਾ ਥੋੜਾ ਜਿਹਾ ਹਾਸਾ ਨਿਕਲ ਜਾਂਦਾ। ਮੈਂ ਜਾਣ ਕੇ ਤੁਹਾਡੇ ਤੋਂ ਸਵਾਲ ਪੁੱਛਦੀ, ਠੀਕ ਹੈ ਨਾ? ਹੁਣ ਉਹਨਾਂ ਨੇ ਜੋ ਕੀਤਾ ਪਿਛਲੇ 5 ਸਾਲਾਂ 'ਚ, ਰਾਈਟ, ਉਹ ਉਹਨਾਂ, ਚਲੋ ਠੀਕ ਹੈ, ਪਰ ਹੁਣ ਓਪੋਜੀਸ਼ਨ 'ਚ ਨੇ, ਓਪੋਜੀਸ਼ਨ ਦੇ ਲੀਡਰ ਵੀ ਨੇ, ਤੇ ਇਹ ਸਵਾਲ ਤੇ ਜਾਇਜ਼ ਹੈ, ਠੀਕ ਹੈ ਨਾ? ਤੇ ਇਹਨੂੰ ਹੁਣ ਗਵਰਨਮੈਂਟ ਕੀ ਕਰੇ? ਉਹਨਾਂ ਨੂੰ ਕੋਈ ਸੋਲੂਸ਼ਨ ਦੱਸੋ, ਇੱਕ ਕੀ ਸੋਲੂਸ਼ਨ ਹੈ? ਸੋਲੂਸ਼ਨ ਐਂਡ 'ਚ ਉਹੀ ਹੈ ਜੋ ਆਪਾਂ ਹੁਣੀ ਗੱਲ ਕਰਦੇ ਪਏ ਸੀ, ਇਨਵੈਸਟਮੈਂਟ। ਤੁਹਾਡੇ ਟੈਕਸਿਸ ਜਨਰੇਟ ਹੋਣ, ਜੇ ਇੱਥੇ ਮੈਨੂਫੈਕਚਰਿੰਗ ਹੋਈ, GST ਸਾਨੂੰ ਹਿੱਸਾ ਆਏਗਾ, ਰਾਈਟ? ਜੇ ਇੱਥੇ ਬਿਜ਼ਨਸ ਆਉਣਗੇ, ਸਾਡੇ ਇੱਥੇ ਇੰਪਲੋਇਮੈਂਟ ਮਿਲੇਗੀ, ਲੋਕੀ ਇੱਥੇ ਖਰਚਾ ਕਰਨਗੇ, ਭਾਵੇਂ ਇੱਥੋਂ ਦੇ ਲੋਕੀ, ਬਾਹਰ ਦੇ ਲੋਕੀ ਵੀ ਆ ਕੇ ਇੱਥੇ ਨੌਕਰੀ ਕਰਨ। ਆਪਣੇ ਆਪ ਉੱਥੇ ਨਵੀਂ ਹੋਰ ਇੰਡਸਟਰੀਜ਼, ਅਲਾਈਡ ਇੰਡਸਟਰੀ, ਮਲਟੀਪਲਾਇਰ ਇਫੈਕਟ ਆਉਂਦਾ ਹੈ। ਲੈਟਸ ਸੇ ਕਿ ਇੱਕ ਫੈਕਟਰੀ ਦੇ ਵਿੱਚ ਤੁਸੀਂ 5,000 ਲੋਕਾਂ ਨੂੰ ਨੌਕਰੀ ਦਿੱਤੀ, 5,000 ਤੇ ਘਰ ਚੱਲਣ ਲੱਗ ਪਏ, ਉਹਨਾਂ ਨੇ ਰਾਸ਼ਨ ਖਰੀਦਣਾ, ਉਹਨਾਂ ਨੇ ਫਿਲਮ ਵੇਖਣੀ ਆ, ਉਹਨਾਂ ਨੇ ਗੱਡੀ ਚਲਾਉਣੀ ਆ, ਉਹਨਾਂ ਨੇ ਬੱਚਿਆਂ ਨੂੰ ਸਕੂਲ ਪੜ੍ਹਾਉਣਾ ਹੈ। ਆਪਣੇ ਆਪ ਹੀ ਹੋਰ ਪੈਸਾ ਦੂਜੀ ਇੰਡਸਟਰੀ ਨੂੰ ਵੀ ਸਪੋਰਟ ਕਰਦਾ ਹੈ। ਤੇ ਇਹ ਸਾਰੀ ਇਹੋ ਹੀ ਇੱਕ ਲੌਂਗ ਟਰਮ ਤਰੀਕਾ ਹੈ ਕਿ ਪੰਜਾਬ ਨੂੰ ਸਭ ਤੋਂ ਅਟਰੈਕਟਿਵ ਡੈਸਟੀਨੇਸ਼ਨ ਕਿਵੇਂ ਬਣਾਇਆ ਜਾਵੇ। ਉਹਦੇ ਲਈ ਪਹਿਲਾਂ ਲਾਅ ਐਂਡ ਆਰਡਰ ਸੈੱਟ ਕਰੋ, ਰਾਈਟ? ਉਹਦੇ ਲਈ ਤੁਸੀਂ ਆਪਣਾ ਜਿਹੜਾ ਬਿਹੇਵੀਅਰ ਹੈ ਲੋਕਾਂ ਦਾ, ਇਨ ਟਰਮਸ ਆਫ ਜਿਵੇਂ ਡਰੱਗਸ ਹੈ, ਇਹ ਸਾਰੀਆਂ ਚੀਜ਼ਾਂ ਦੇ ਉੱਤੇ ਕਾਬੂ ਪਾਓ। ਫਿਰ ਰੈਵਨਿਊ ਜਿਹੜਾ ਹਜੇ ਤੱਕ ਮਾਫੀਆ ਕੋ ਜਾਂਦਾ ਪਿਆ, ਭਾਵੇਂ ਲਿਕਰ ਦਾ, ਭਾਵੇਂ ਰੇਤ ਦਾ,
ਉਹਦੇ ਉੱਤੇ ਕਾਬੂ ਕਰੋ, ਉਹ 'ਚੋਂ ਕਿੰਨਾ ਰੈਵਨਿਊ ਸਾਡਾ ਵਧਿਆ ਹੈ ਉਹਨੂੰ ਐਨਾਲਾਈਜ਼ ਕਰੋ, ਉਹਨੂੰ ਕਿੱਥੇ ਯੂਟੀਲਾਈਜ਼ ਕਰਨਾ ਹੈ ਉਹਨੂੰ ਐਨਾਲਾਈਜ਼ ਕਰੋ। ਤੇ ਹਜੇ ਟੈਂਪਰੇਰੀਲੀ ਤੁਹਾਨੂੰ ਵੇਖੋ ਸੈਂਟਰਲ ਗੌਰਮੈਂਟ ਦੀ ਹੈਲਪ ਲੈਣੀ ਪਏਗੀ, ਲਓ। ਵਿੱਤ ਐਮਰਜੈਂਸੀ ਵਾਲੀ ਸਿਚੁਏਸ਼ਨ ਨਾ ਬਣੇ, ਵੀ ਕੈਨ ਡੂ ਸਰਟਨ ਸਟੈਪਸ ਅਬਾਊਟ ਇਟ। ਤੇ ਬਹੁਤ ਵਧੀਆ ਡਿਊਟੀ ਨਿਭਾਈ ਹੈ ਆਪਣੀ ਰਾਜਾ ਵੜਿੰਗ ਜੀ ਨੇ, ਸਰਕਾਰ ਤੋਂ ਇਹ ਸਵਾਲ ਪੁੱਛ ਕੇ, ਕਿ ਕੰਗ੍ਰੈਚੁਲੇਟ ਹਿਮ। ਉਹਨਾਂ ਨੇ ਆਪਣਾ ਫਰਜ਼ ਪੂਰਾ ਹਾਂ, ਆਪੋਜੀਸ਼ਨ ਦਾ ਫਰਜ਼ ਵਧੀਆ ਨਿਭਾਤਾ। ਪਟਿਆਲੇ ਦੇ ਵਿੱਚ ਜੋ ਹਿੰਸਾ ਹੋ ਰਹੀ ਹੈ, ਕਾਫੀ ਅਨਰੈਸਟ ਕ੍ਰੀਏਟ ਹੋ ਰਿਹਾ ਹੈ ਅਫਵਾਹਾਂ ਨੂੰ ਲੈ ਕੇ, ਸੋ ਉਹਦੇ ਕਰਕੇ ਸੋਸ਼ਲ ਮੀਡੀਆ ਮੋਨੀਟਰਿੰਗ ਸੈੱਲ ਕ੍ਰੀਏਟ ਕੀਤਾ ਗਿਆ। ਇਟਸ ਅ ਗੁੱਡ ਆਈਡੀਆ। ਦੇਖੋ ਅੱਜ ਕੱਲ੍ਹ ਸੋਸ਼ਲ ਮੀਡੀਆ ਥਰੂ ਅਫਵਾਹਾਂ ਫੈਲਾਈਆਂ ਜਾ ਸਕਦੀਆਂ। ਤੇ ਇੱਕ ਗੱਲ ਮੈਨੂੰ ਜੋ ਚੰਗੀ ਲੱਗੀ, ਜੋ ਗੌਰਮੈਂਟ ਨੇ ਸਟੇਟਮੈਂਟ ਦਿੱਤੀ ਕਿ ਇਟ ਇਜ਼ ਨਾਟ ਅਬਾਊਟ ਹਿੰਦੂ ਸਿੱਖ ਕਮਿਊਨਿਟੀ, ਇਟ ਇਜ਼ ਅਬਾਊਟ ਸਮ ਪੋਲੀਟੀਕਲ ਪਾਰਟੀਜ਼। ਗੌਰਮੈਂਟ ਲਾਅ ਐਂਡ ਆਰਡਰ ਲਈ ਜ਼ਿੰਮੇਵਾਰ ਹੈ, ਇਹ 'ਚ ਕੋਈ ਦੋ ਰਾਏ ਨਹੀਂ ਹੈ। ਤੇ ਕੋਈ ਵੀ ਭਾਵੇਂ ਪੋਲੀਟੀਕਲ ਪਾਰਟੀ ਕਰੇ, ਭਾਵੇਂ ਕੋਈ ਵੀ ਕਰੇ, ਗੌਰਮੈਂਟ ਨੂੰ ਉਹਦਾ ਧਿਆਨ ਰੱਖਣਾ ਪਏਗਾ, ਪ੍ਰੀਐਮਪਟਿਵ ਹੋਣਾ ਪਏਗਾ। ਪੋਸਟ ਇਵੈਂਟ ਮੋਨੀਟਰ ਕਰਦੇ ਪਏ, ਪਹਿਲਾਂ ਹੀ ਕਰਦੇ ਤਾਂ ਜ਼ਿਆਦਾ ਵਧੀਆ ਸੀ, ਕਿਉਂਕਿ ਜੋ ਵੀ ਖਬਰਾਂ ਆਈਆਂ ਨੇ ਇਹਨੂੰ ਐਂਟੀਸਪੇਟ ਬੈਟਰ ਤਰੀਕੇ ਨਾਲ ਕੀਤਾ ਜਾ ਸਕਦਾ ਸੀ। ਤੇ ਇਹ ਫੇਲੀਅਰ ਹੈਗਾ ਗੌਰਮੈਂਟ ਦਾ ਲਾਅ ਐਂਡ ਆਰਡਰ ਦੇ ਪਰਸਪੈਕਟਿਵ ਨਾਲ, ਭਾਵੇਂ ਉਹਨਾਂ ਦੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਹੋਵੇ, ਭਾਵੇਂ ਸਟੇਟ ਐਡਮਿਨਿਸਟ੍ਰੇਸ਼ਨ ਦਾ ਹੋਵੇ। ਇਹੋ ਜਿਹੇ ਮਾਮਲੇ ਵਿੱਚ ਸਪੈਸ਼ਲੀ ਪੰਜਾਬ ਵਰਗੀ ਸਟੇਟ, ਸੈਂਟਰ ਸਟੇਟ ਕੋਆਰਡੀਨੇਸ਼ਨ ਬਹੁਤ ਜ਼ਰੂਰੀ ਹੈ। ਇੰਟੈਲੀਜੈਂਸ ਇਨਪੁਟ ਦੇ ਉੱਤੇ ਹਮੇਸ਼ਾ ਕੁਇਕ ਐਕਸ਼ਨ, ਉਹਨੂੰ ਕੈਜੂਅਲੀ ਕਦੇ ਨਹੀਂ ਲੈਣਾ। ਆਈ ਐਮ ਗਲੈਡ ਕਿ ਕੋਈ ਚੀਜ਼ ਸੀਰੀਅਸ ਨਹੀਂ ਹੋਈ, ਬਹੁਤ ਹੱਥੋਂ ਗੱਲ ਵਧੀ ਨਹੀਂ, ਪੁਲਿਸ ਨੇ ਕੰਟਰੋਲ ਕਰ ਲਿਆ। ਤੇ ਲੈਟ ਇਟ ਬੀ ਲੈਸਨ ਟੂ ਭਗਵੰਤ ਮਾਨ ਜੀ ਕਿ ਕੋਈ ਵੀ ਸਿਚੁਏਸ਼ਨ ਬਹੁਤ ਜਲਦੀ ਐਸਕੇਲੇਟ ਹੋ ਸਕਦੀ ਹੈ। ਤੇ ਇਸ ਕਰਕੇ ਸਿਕਿਉਰਿਟੀ ਦੇ ਮਾਮਲੇ 'ਚ ਕੋਈ ਕੋਤਾਹੀ ਨਹੀਂ, ਅਲਰਟਨੈਸ ਹਮੇਸ਼ਾ ਰਵੇ। ਤੇ ਇੱਕ ਵਧੀਆ ਚੀਜ਼ ਜੋ ਹੋਈ, ਜੋ ਹਿੰਦੂ ਸਿੱਖ ਲੋਕਾਂ ਨੇ ਮਿਲ ਕੇ ਬਿਆਨ ਦਿੱਤੇ ਕਿ ਅਸੀਂ ਇੱਕ ਦੂਜੇ ਦੀ, ਸਾਡੇ ਦੋਨੋਂ ਹੀ ਧਰਮ ਪੂਜਨੀਏ ਨੇ। ਜੇ ਸਿੱਖ ਮੰਦਿਰ ਜਾਂਦੇ ਨੇ ਤੇ ਹਿੰਦੂ ਗੁਰਦੁਆਰੇ ਜਾਂਦੇ ਨੇ, ਸਾਰੀਆਂ ਕਮਿਊਨਿਟੀਜ਼ ਆਪਸ 'ਚ ਮਿਲ ਕੇ ਰਹਿਣ, ਹੈ ਨਾ। ਇਹਨੂੰ ਰਿਲੀਜਨ ਦਾ ਨਾ ਬਣਾਇਆ ਜਾਵੇ। ਦੇਖੋ ਜੋ ਸੈਪਰੇਟਿਸਟ ਮੂਵਮੈਂਟ ਹੈ, ਇਹ ਹੈਗੀ ਆ ਪਾਕਿਸਤਾਨ ਸਪੋਰਟਡ ਐਂਟੀ ਇੰਡੀਆ ਮੂਵਮੈਂਟ, ਇਟ ਇਜ਼ ਨਾਟ ਅ ਰਿਲੀਜੀਅਸ ਮੂਵਮੈਂਟ, ਹੈ ਨਾ। ਇਹਨੂੰ ਰਿਲੀਜੀਅਨ ਦੀ ਮੂਵਮੈਂਟ ਦਾ ਸ਼ੇਪ ਦੇਣ ਹੀ ਨਾ ਦਿੱਤੀ ਜਾਵੇ। ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਕਿਉਂਕਿ ਸਿੱਖਸ ਬਿਲੀਵ ਇਨ ਇੰਡੀਆ, ਦੇ ਆਰ ਪਾਰਟ ਆਫ ਇੰਡੀਆ, ਵੀ ਆਰ ਪਾਰਟ ਆਫ ਅ ਕਾਮਨ ਹੈਰੀਟੇਜ। ਤੁਸੀਂ 99.9% ਲੋਕੀ, ਇਸ ਤੋਂ ਵੀ ਜ਼ਿਆਦਾ 0.99 ਜਿੰਨੇ ਵੀ ਲਾ ਲਓ, ਸਿੱਖ ਵਾਂਟ ਟੂ ਬੀ ਪਾਰਟ ਆਫ ਇੰਡੀਆ ਐਂਡ ਦੇ ਹੈਵ ਮੇਡ ਸੋ ਮੈਨੀ ਸੈਕਰੀਫਾਈਸਿਸ। ਇੰਡੀਆ ਲਈ ਉਹਨਾਂ ਨੇ ਇੰਨੇ ਸੈਕਰੀਫਾਈਸ ਦਿੱਤੇ ਨੇ। ਤੇ ਕੁਝ ਲੋਕਾਂ ਦੇ ਐਲੀਮੈਂਟ ਉਹ ਵੀ ਜਿਹੜੇ ISI ਸਪੋਰਟਡ ਨੇ, ਜਿਨ੍ਹਾਂ ਦਾ ਇਹਦੇ 'ਚ ਪ੍ਰੋਫਿਟ ਹੈ, ਇੰਟਰਸਟ ਹੈ, ਉਹ ਦੇਖੋ ਗੁੰਮਰਾਹ ਤਾਂ ਕਿਸੇ ਨੂੰ ਵੀ ਕੀਤਾ ਜਾ ਸਕਦਾ, ਸਿੱਖ ਕਮਿਊਨਿਟੀ ਨੂੰ ਵੀ ਕੀਤਾ ਜਾ ਸਕਦਾ, ਹਿੰਦੂ ਕਮਿਊਨਿਟੀ ਨੂੰ ਵੀ ਕੀਤਾ ਜਾ ਸਕਦਾ। ਤੇ ਉਹਨਾਂ ਦੀਆਂ ਗੱਲਾਂ 'ਚ ਲੁਕੀ ਵੀ ਨਾ, ਜਦੋਂ ਆਪਣੇ ਆਪ ਨੂੰ ਸਹੀ ਸਵਾਲ ਪੁੱਛਣਗੇ ਕਿ ਕੀ ਫਾਇਦਾ ਹੈ। ਤੇ ਇਹ ਜਿਹੜੀ ਖਾਲਿਸਤਾਨੀ ਮੂਵਮੈਂਟ ਦੇ ਨਾਮ 'ਤੇ ਜਿਹੜੀ ਸੈਪਰੇਟਿਸਟ ਮੂਵਮੈਂਟ ਬਣਾਈ ਜਾ ਰਹੀ ਹੈ, ਇਹ ਕੋਈ ਪੋਜ਼ੀਟਿਵ ਚੀਜ਼ ਨਹੀਂ ਹੈਗੀ ਆ। ਤੇ ਇਹਦੇ ਵਿੱਚ ਹਿੰਦੂ ਸਿੱਖਾਂ ਦੇ ਆਪਸੀ ਭਾਈਚਾਰੇ ਦਾ ਕੋਈ ਰੋਲ ਹੀ ਨਹੀਂ ਹੈ। ਇਹ ਸਿੱਧੀ ਤੇ ਸਿੱਧੀ ਸਾਜ਼ਿਸ਼ ਹੈ ISI ਦੀ, ਹੋਰ ਫੋਰਨ ਫੋਰਸਿਸ ਦੀ। ਕੁਝ ਲੋਕੀ ਜਿਹੜੇ ਲਾਲਚੀ ਨੇ, ਜਿਹੜੇ ਪੈਸੇ ਪਿੱਛੇ ਆਪਣੀ ਕਮਿਊਨਿਟੀ ਨੂੰ ਵੇਚ ਦੇਣਗੇ, ਆਪਣੇ ਦੇਸ਼ ਨੂੰ ਵੇਚ ਦੇਣਗੇ, ਆਪਣੀ ਸਟੇਟ ਨੂੰ ਵੇਚ ਦੇਣਗੇ। ਇਸ ਤੋਂ ਜ਼ਿਆਦਾ ਇਹ 'ਚ ਕੁਛ नहीं है। सर ਹੁਣ बढ़ते हैं अपने अगले सेगमेंट वाल, नेशनल अपडेट्स। प्रधानमंत्री के यूरोप के 3 देशों की यात्रा के पहले चरण में वो बर्लिन पहुंचे एंड ही विल हैव सिग्निफिकेंट डिस्कशन विद जर्मन चांसलर अबाउट बायलैटरल रिलेशंस। लुक, जर्मनी हमारा सबसे बड़ा ट्रेडिंग पार्टनर है यूरोप में, राइट, और 8वें नंबर पे है FDI इन्वेस्टमेंट में इंडिया में। ये रिलेशनशिप बहुत ही क्रिटिकल है इंडिया के लॉन्ग टर्म इन्फ्लुएंस के लिए और इकोनॉमिक ग्रोथ के लिए। हम उनसे टेक्नोलॉजी में, ख़ास तौर पे इंजीनियरिंग में, जर्मनी एक अपने आप में ब्रांड है, वी कैन लर्न द बेस्ट थिंग्स फ्रॉम दैम। और एट द सेम टाइम इंडिया के प्रोडक्ट्स फिनिश स्टेज में वहाँ पे जाएं रादर देन एज रॉ मटेरियल, उसके लिए सर्टन टाइप्स होने चाहिए। अब यूरोपियन यूनियन के साथ भी हुआ है, जर्मनी इज़ द मेजर प्लेयर ऑफ यूरोपियन यूनियन, तो उस एम्बिट के अंदर ही काफ़ी अब ये रिलेशनशिप डीप होंगे। सेकेंडली, एनर्जी डिपेंडेंसी जर्मनी की भी रशिया पे बहुत है, उसके रिगार्डिंग, और यूक्रेन रशिया वॉर तो अब डिस्कशन का पार्ट है ही, उसमें भी एक दूसरे के व्यू पॉइंट को समझना बहुत क्रिटिकल पार्ट होगा। फिर इंडिया को जो अपने रीजन में इन्फ्लुएंस बनाना है, उसमें भी जर्मनी की सपोर्ट बहुत काम आएगी। फिर जो इंडिया के पास इस वक्त जो बढ़ती नॉलेज है, डिफेंस की जो नॉलेज है, क्योंकि जर्मनी को काफ़ी सालों तक अपनी डिफेंस इंडस्ट्री बनाने का राइट नहीं था बिकॉज ऑफ देयर डिफीट इन सेकेंड वर्ल्ड वॉर। तो वहाँ पे उनकी जो इंजीनियरिंग की क्षमता है, हमारी जो टेक्नोलॉजी की क्षमता है, उसको मिला के एक बहुत अच्छा हम इंडस्ट्रियल कॉम्प्लेक्स क्रिएट कर सकते हैं, जो दोनों देशों की सिक्योरिटी नीड्स को एक्सेप्ट कर पाए, मतलब बैलेंस कर पाए। और जो रिन्यूएबल एनर्जी में जो चीज़ें हो रही हैं और इंडिया में जो चीज़ें हो रही हैं, उससे मिलके लॉट ऑफ थिंग्स कैन हैपन। पर एक चीज़ जो मेरे ख्याल में अभी डिस्कशन का पार्ट नहीं है पर होनी चाहिए, क्वालिटी ऑफ एजुकेशन।
वहाँ की जो इंजीनियरिंग की पढ़ाई है उसमें इंडिया के इंस्टीट्यूट कैसे कोऑर्डिनेट कर सकते हैं और वहाँ की बेस्ट प्रैक्टिसेस सीख सकते हैं। हमारे बच्चे जर्मनी पढ़ने जाएं, हमारे प्रोफेसर वहाँ पे सीखने जाएं और यहाँ पे हमारी यूनिवर्सिटीज़ का जर्मनी के इंस्टीट्यूट के साथ टाई अप हो, वो हमारी टेक्निकल एजुकेशन को ग्रोथ में बहुत सपोर्ट कर सकते हैं। सर, प्रशांत किशोर जी काफ़ी चर्चा में है, हम इनसाइट्स में भी उनकी काफ़ी बात कर चुके हैं। सो ही इज़ प्लानिंग पॉलिटिकल आउटफिट, हिज ओन पॉलिटिकल फोर्स। आपको क्या लगता है कि विल ही बी अ गुड पॉलिटिकल लीडर? गुरलीन, वो जन सुराज के नाम से अपनी पॉलिटिकल आउटफिट शुरू कर रहे हैं, यू आर एब्सोल्युटली राइट। और वो बिहार से इसको शुरू करना चाह रहे हैं और इसको बिहार से शुरू करने का एक अगर आप डीपली एनालाइज करें, देयर आर लॉट ऑफ क्रेडिबल रीजंस, उनके काफ़ी स्ट्रेटजिक रीजन है। वो स्ट्रेटजिस्ट हैं, हम जानते हैं। अब पॉलिटिकल लीडर कितने अच्छे बनेंगे वो अभी टाइम ही बताएगा। और पर वो उन्होंने बिहार से इसलिए शुरू किया क्योंकि आपने अभी थोड़े दिन पहले जो बिहार के सीएम हैं नीतीश कुमार जी, उन्होंने थोड़े दिन पहले ये स्टेटमेंट दी थी कि लाउड स्पीकर वाली नॉनसेंस बातों में वो नहीं पड़ेंगे। अगर यूपी में हो रहा है, ये यूपी के क्वेश्चन पे थे, और नीतीश कुमार जी बीजेपी के साथ जुड़ना नहीं चाहते, स्पेशली जब मोदी जी जब प्राइम मिनिस्टर 2014 तब उन्होंने बीजेपी का साथ भी छोड़ा था। तो उनकी एक अपनी पॉपुलैरिटी है और उनको सर्टन सपोर्ट चाहिए। और समहाउ ये गलत फहमी हो रखी है लीडरों को कि प्रशांत किशोर हमारे साथ जुड़ जाएंगे तो वो हमें जिता ही देंगे। बीजेपी उनके बिना ही जीतता है और उन्होंने जिनको भी ज़्यादा मोरल, देखो वो इस वक्त टॉप ब्रांड है, पॉलिटिकल पार्टियों के पास पैसा होता है, वो प्रशांत किशोर को दे देते हैं, चाहे वो जीते किसी भी रीज़न से हो, उसका क्रेडिट प्रशांत किशोर को मिलना शुरू हो जाता है। चलो मैं मान लेता हूँ कि उनको हमारे डोमेस्टिक इलेक्टोरल सिस्टम की बहुत समझ है, पर जब आपने देश को रिप्रेजेंट करना है, ठीक है, आप एक नेशनल लेवल की पॉलिटिकल पार्टी बनाने की बात कर रहे हो, तो फिस्कल पॉलिसीज, एडमिनिस्ट्रेशन, इनके ऊपर भी आपके व्यू होने चाहिए। फॉरेन पॉलिसी पे आपके क्या व्यू है अगर आप नेशनल लेवल की पार्टी बना रहे हो? तो ये सारी चीज़ों पे तो कभी उन्होंने कोई बयान ही नहीं दिया है। वो सिर्फ एक जेनरिक सी बात कर रहे हैं कि मैं प्रो पीपल, मैं जनता के दरबार में जा रहा हूँ, जो टिपिकल लीडर बोलते हैं कि आई विल गो टू द अल्टीमेट मास्टर पीपल। उन्होंने उनकी अंडरस्टैंडिंग अपार्ट फ्रॉम कि भाई नंबर समझना कि भाई किस कैटेगरी के लोग कैसे वोट करते हैं, वो एनालिसिस करने के अलावा और भी बहुत चीज़ें होती हैं। पॉलिटिकल कैंपेन तो एक पार्ट है, वो तो कुछ दिन चलनी है, उसके बाद तो देश चलाना, स्टेट चलानी है। मैं उनके व्यूज़ नहीं जानता हूँ अबाउट एडमिनिस्ट्रेटिव, अबाउट पॉलिसीज़, अबाउट सब्सिडीज़। ये सारी चीज़ों को जान के ही हम बता पाएंगे कि उनके व्यू देश के हित में लॉन्ग टर्म में काम आएंगे कि अगेन ये हमारा व्यू होगा। बट द थिंग इज़ कि उन्होंने इसके बारे में कभी बात ही नहीं की है। वो पॉलिटिकल सिस्टम को समझते होंगे, वो पॉलिटिशियंस को जानते होंगे, उनके पास फंड्स होंगे, बट एट द सेम टाइम स्टेट को चलाने का उनका क्या एक्सपीरियंस है? एक डाटा एनालिसिस की कंपनी चलाना और एक स्टेट चलाना एक बहुत डिफरेंट चीज़ें होती हैं, और इसके बारे में अभी हम उनके व्यू नहीं जानते हैं। तो जैसे जैसे वो व्यू आएंगे, वो बीजेपी से कितने डिफरेंट हैं, वो किस डायरेक्शन में है, वो टुवर्ड्स किस लेफ्टिस्ट या राइटिस्ट, किस तरह की आइडियोलॉजी की तरफ जाते हैं, और इंडिया के इंटरेस्ट में या इंडिया के लोगों के इंटरेस्ट में है कि नहीं, ये तो जब वो डिटेल आएगी उसके बाद हम बता पाएंगे। बट वी विश हिम बेस्ट ऑफ लक। अगर स्मार्ट लोग पॉलिटिक्स में आएंगे तो एक नई ऑप्शन ही क्रिएट होगी, वो अच्छी होगी बुरी होगी वो टाइम ही बताएगा। टाइम विल टेल। तो थैंक यू सो मच फॉर योर व्यूज सर। ऐसे ही महत्वपूर्ण विश्लेषण के लिए जुड़े रहिए हमारे चैनल के साथ, एंड डू नॉट फॉरगेट टू सब्सक्राइब टू आवर चैनल एंड डाउनलोड आवर ऐप। थैंक यू।